ऑक्सीडेशन नंबर ਜਾਂ ਇਹਨੂੰ ਆਪਾਂ ਬੋਲੀਦਾ ਆਕਸੀਡੇਸ਼ਨ ਸਟੇਟ। ਆਕਸੀਡੇਸ਼ਨ ਸਟੇਟ ਇਹ ਕੀ ਚੀਜ਼ ਹੁੰਦੀ ਆ, ਇਹਨੂੰ ਜੇ ਡਿਫਾਈਨ ਕਰਨਾ ਹੋਵੇ ਫਾਰਮਲ ਚਾਰਜ present on an atom in a molecule एग्जांपल देखियो। ठीक है, ਆਪਾਂ ਰਿਡॉक्स रिएक्शन शुरू कर लगे। सब तो पहले किहदी नॉलेज सानू चाहिए, ऑक्सीडेशन नंबर की ਹੁੰਦਾ ਤੇ मैं की बोलदा पिया, ऑक्सीडेशन नंबर की है चार्ज प्रेजेंट ऑन एन एटम इन अ मॉलिक्यूल। स्पीसी भी लिख सकते, मॉलिक्यूल भी लिख सकते। देखियो एग्जांपल्स, जिवें मैं इत्थे लिखा CH4 इस कार्बन का मैं ऑक्सीडेशन नंबर लभना, मतलब इहदे ते चार्ज लभना। किवें लभूंगा, इहनू x मन्निया, जिहदे बारे गल करनी उहनू x मान लिया। हाइड्रोजन का फिक्स हुंदा 1, ठीक है। प्लस पा के किन्ने जाने, 4 जाने, ते हाइड्रोजन का कितना फिक्स हुंदा 1। ਇਹਦੇ ਉੱਪਰ कोई चार्ज नहीं, एक ਇਹਦੇ इक्वल 0 ਦੇ। ਜਾਂ ਪਹਿਲੋਂ ਇਹ ਮੈਥਡ ਨਾ ਕਰਾਵਾਂ, ਇਹਦੇ ਰੂਲ ਲਿਖਾ ਕੇ ਫਿਰ ਕਰਾਉਂਗਾ। ਮੈਂ ਤੁਹਾਨੂੰ ਸਟਰਕਚਰ ਬਣਾ ਕੇ ਦੱਸਦਾ ਕਿੱਦਾਂ ਫਾਰਮਲ ਚਾਰਜ ਕੱਢਣਾ ਹੁੰਦਾ। ਜਿਵੇਂ CH4 ਐਗਜ਼ਾਮਪਲ ਕੀ ਸਾਡੇ ਕੋਲ, ਜਾਂ ਸਭ ਤੋਂ ਸਿੰਪਲ ਐਗਜ਼ਾਮਪਲ HCl ਇਹਨਾਂ ਦੋਨਾਂ ਦੇ ਉੱਪਰ ਚਾਰਜ ਲੱਭ ਸਕਦੇ ਆਪਾਂ ਕਿਹੜਾ ਰੂਲ ਫਿਲਹਾਲ ਯਾਦ ਰੱਖ ਲਈਏ, ਦੋਨਾਂ ਦੇ ਵਿੱਚੋਂ ਜਿਹੜਾ ਇਲੈਕਟ੍ਰੋਨੈਗੇਟਿਵ ਹੋਊਗਾ ਉਹਦੇ ਤੇ ਮਾਈਨਸ ਚਾਰਜ, ਜਿਹੜਾ ਇਲੈਕਟ੍ਰੋ ਪੋਜ਼ਿਟਿਵ ਹੋਊਗਾ ਉਹਦੇ ਤੇ ਪਲੱਸ ਚਾਰਜ। ਕਲੀਅਰ ਹੋ ਗਿਆ। ਇਲੈਕਟ੍ਰੋਨੈਗੇਟਿਵ ਤੇ ਪੋਜ਼ਿਟਿਵ ਦਾ ਕਿਵੇਂ ਫਰਕ ਪਤਾ ਲੱਗਦਾ, ਸਾਈਜ਼ ਤੋਂ। ਹਾਈਡਰੋਜਨ ਦਾ ਸਾਈਜ਼ ਵੱਡਾ ਹੁੰਦਾ, ਕਲੋਰੀਨ ਦਾ ਸਾਈਜ਼ ਛੋਟਾ ਹੁੰਦਾ। ਠੀਕ ਹੈ, ਸੌਰੀ ਕਲੋਰੀਨ ਦਾ ਸਾਈਜ਼ ਵੱਡਾ ਹੀ ਹੁੰਦਾ ਵਾ ਹਾਈਡਰੋਜਨ ਦੇ ਕੰਪੈਰੀਜ਼ਨ। ਕਿਵੇਂ ਪਤਾ ਲੱਗਦਾ ਸਾਈਜ਼, ਹਾਈਡਰੋਜਨ ਦਾ ਐਟੋਮਿਕ ਨੰਬਰ 1 ਇੱਥੇ 1 ਆ ਗਿਆ, ਕਲੋਰੀਨ ਦਾ ਐਟੋਮਿਕ ਨੰਬਰ 17 ਇੱਥੇ ਆਉਣਾ 2 8 ਤੇ 7। ਇਹਦੇ ਚ ਕਿੰਨੇ ਸ਼ੈਲ ਆ 1, ਇਹਦੇ ਚ ਕਿੰਨੇ ਸ਼ੈਲ ਆ 3। ਇਸ ਕੰਪੈਰੀਜ਼ਨ ਸਾਈਜ਼ ਕਲੋਰੀਨ ਦਾ ਵੱਡਾ ਵਾ, ਬਟ ਇਲੈਕਟ੍ਰੋਨੈਗੇਟਿਵਿਟੀ ਵੇਖੀਏ ਨਾ, ਫਿਰ ਕਲੋਰੀਨ ਦਾ ਸਾਈਜ਼, ਕਲੋਰੀਨ ਦੀ ਇਲੈਕਟ੍ਰੋਨੈਗੇਟਿਵਿਟੀ ਜ਼ਿਆਦਾ ਹੁੰਦੀ। थोड़ा होर क्लियर होवे, जिद्दां एग्जांपल हैगी NaCl। सोडियम दा एटॉमिक नंबर 11 किवें लिखना हुंदा 2 8 ते, क्लोरीन दा एटॉमिक नंबर 17 किद्दां लिखना हुंदा 2 8 ते, किन्ने शैल दोनां च 3, पर साइज किहदा छोटा हो, शैल दे ते दोवां च सेम है। साइज किहदा छोटा हुंदा, जिहदे च इलैक्ट्रॉन ज्यादा हुंदे। इलैक्ट्रॉन किहदे च ज्यादा, क्लोरीन दे विच। जिद्दां मैं सोडियम दा साइज बनावा, न्यूक्लियस किन्ने शैल आ टोटल 3, एदा न्यूक्लियस 3 शैल, पर एदा साइज आपां निक्का क्यों बनाया, क्योंकि बार-बार इलैक्ट्रॉन किन्ने ने टोटल 7। ये इस प्लस नाल ज्यादा जुड़दे पए। न्यूक्लियस कोल पॉजिटिव चार्ज हुंदा, नेड़े आउणगे ते साइज छोटा हुंदा। फिर एदी इलैक्ट्रोनैगेटिविटी ज्यादा, एदे ते -1, एदे ते +1। होया क्लियर कुछ? ठीक है, अगे देखियो अनदर एग्जांपल देखो। जिवें मैं इत्थे लिखदा H2SO4 हर एक एटम दे ऊपर चार्ज मार्क करना। किद्दां मार्क करांगे, ਇਹਨਾਂ ਦੇ ਵਿੱਚੋਂ ਸੈਂਟਰਲ ਐਟਮ ਕਿਹੜਾ ਹੋਊਗਾ ਜਿਹਦੇ ਆਲੇ ਦੁਆਲੇ ਚੀਜ਼ਾਂ ਜੁੜਨਗੀਆਂ। ਹਾਈਡਰੋਜਨ ਕਦੀ ਵੀ ਸੈਂਟਰਲ ਐਟਮ ਨਹੀਂ ਹੁੰਦਾ। ਤੇ ਦੋ ਰਹਿ ਗਏ, ਦੋਨਾਂ ਵਿੱਚੋਂ ਜਿਹੜਾ ਘੱਟ ਇਲੈਕਟ੍ਰੋਨੈਗੇਟਿਵ ਆ। ਆਕਸੀਜਨ ਬੜਾ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੁੰਦਾ। ਫਿਰ ਬਚਿਆ ਕਿਹੜਾ, ਸਲਫਰ ਨੂੰ ਲਾਉਣਾ ਸੈਂਟਰ ਦੇ ਵਿੱਚ, ਇਹਦੇ ਨਾਲ ਆ ਸਾਰੇ ਜੁੜਨੇ। ਸਲਫਰ ਕਿੰਨੇ ਬੌਂਡ ਬਣਾਊਗਾ, ਕਿਵੇਂ ਪਤਾ ਲੱਗੂਗਾ, ਸਲਫਰ ਦਾ ਐਟੋਮਿਕ ਨੰਬਰ 16 कितना लिखीदा 2,8,6 6 बॉन्ड बनाने क्योंकि ਇਹਦੇ ਕੋਲ 6 ਵੈਲੈਂਸ ਇਲੈਕਟ੍ਰੋਨ। बॉन्ड बनाइए 1 2 3 4 5 6 रफ जिहा स्ट्रक्चर जिवें भी बना देना। ऑक्सीजन किन्ने जोड़ने,
1 2 3 ਤੇ 4 ਆਕਸੀਜਨ ਡਬਲ ਬੌਂਡ ਬਣਾਉਂਦਾ। ਇੱਥੇ ਕਿਹੜਾ ਬੌਂਡ ਆ ਇੱਕ ਇਹ ਹਾਈਡਰੋਜਨ ਨਾਲ ਬਣਾ ਲੂਗਾ। ਇੱਥੇ ਕਿਹੜਾ ਬੌਂਡ ਆ ਸਿੰਗਲ ਇੱਕ ਇਹ ਹਾਈਡਰੋਜਨ ਨਾਲ ਬਣਾ ਲੂਗਾ। ਹੁਣ ਤੁਸੀਂ ਕੀ ਕਰਨਾ ਵਾ ਜਿੱਦਾਂ ਮੈਂ ਆ ਰੂਲ ਸਮਝਾਇਆ ਰੂਲ ਕੀ ਕਹਿੰਦਾ ਵਾ ਰੂਲ ਕੀ ਹੈਗਾ ਵਾ ਨੈਗੇਟਿਵ ਚਾਰਜ ਮਾਰਕ ਔਨ ਇਲੈਕਟ੍ਰੋਨੈਗੇਟਿਵ ਐਟਮ ਤੇ ਪੋਜ਼ਿਟਿਵ ਚਾਰਜ ਮਾਰਕ ਔਨ ਇਲੈਕਟ੍ਰੋਪੋਜ਼ਿਟਿਵ ਐਟਮ। ਠੀਕ ਹੈ ਨੈਗੇਟਿਵ ਚਾਰਜ ਇਲੈਕਟ੍ਰੋਨੈਗੇਟਿਵ ਤੇ ਪੋਜ਼ਿਟਿਵ ਇਲੈਕਟ੍ਰੋਪੋਜ਼ਿਟਿਵ ਤੇ ਕਿਹਦੇ ਆਲੇ ਦੁਆਲੇ ਅਰਾਊਂਡ ਸਿੰਗਲ ਬੌਂਡ ਦੇਖਿਓ ਆ ਸਿੰਗਲ ਬੌਂਡ ਹੀ ਆ। ਇਥੋਂ ਸ਼ੁਰੂ ਹੋਣ ਲੱਗੇ ਦੋਨਾਂ ਚੋਂ ਤਾਕਤਵਰ ਕਿਹੜਾ ਸਭ ਤੋਂ ਜ਼ਿਆਦਾ ਤਾਕਤਵਰ ਫਲੋਰੀਨ ਆ ਦੂਜੇ ਨੰਬਰ ਤੇ ਤੀਜੇ ਤੇ ਨਾਈਟ੍ਰੋਜਨ। ਫੋਨ ਯਾਦ ਰੱਖੋ ਫਲੋਰੀਨ ਆਕਸੀਜਨ ਤੇ ਨਾਈਟ੍ਰੋਜਨ। ਹੁਣ ਇੱਥੇ ਦੇਖਿਓ ਕੌਣ ਜ਼ਿਆਦਾ ਤਾਕਤਵਰ -1 ਤੇ +1। ਇੱਧਰ ਆ ਜੋ ਆ ਸਿੰਗਲ ਬੌਂਡ ਦੀ ਵਾਰੀ ਆ ਗਈ ਦੋਨਾਂ ਚੋਂ ਤਾਕਤਵਰ ਕੌਣ ਦੂਜੇ ਤੇ +1। ਹੁਣ ਇਸ ਸਿੰਗਲ ਬੌਂਡ ਦੀ ਵਾਰੀ ਆ ਗਈ ਦੋਨਾਂ ਚੋਂ ਤਾਕਤਵਰ ਕੌਣ ਤਾਕਤਵਰ ਦਾ ਮਤਲਬ ਇਲੈਕਟ੍ਰੋਨੈਗੇਟਿਵ ਬੌਂਡ। ਠੀਕ ਹੈ ਦੂਜੇ ਤੇ +1 ਆ ਜਾਣਾ। ਇੱਧਰ ਇਹਦੇ ਤੇ -1 ਇਹਦੇ ਤੇ ਆੜੀ ਸਿੰਗਲ ਬੌਂਡ ਦੀ ਵਾਰੀ ਆ ਗਈ। ਇਹਨੂੰ ਨਹੀਂ ਵੇਖਿਆ ਇਹਦੀ ਵਾਰੀ ਆਈ ਇਹਦੇ ਤੇ -1 ਇਹਦੇ ਤੇ +1। ਅਗਲੇ ਸਿੰਗਲ ਬੌਂਡ ਦੀ ਵਾਰੀ -1 ਤੇ +1 ਇਹਦੀ ਵਾਰੀ ਆ ਗਈ -1 ਤੇ +1 ਇਹਦੀ ਵਾਰੀ -1 ਤੇ +1। ਸਲਫਰ ਦੇ ਸਾਰੇ ਚਾਰਜ ਗਿਣੇ ਸਲਫਰ ਤੇ ਕਿੰਨਾ ਚਾਰਜ ਆਇਆ 1 2 3 4 5 ਤੇ ਸਲਫਰ ਦੇ ਉੱਪਰ ਆਉਂਦਾ ਪਿਆ +6। ਆਕਸੀਜਨ ਦੇ ਗਿਣੀਏ ਕਿੰਨਾ ਆਉਂਦਾ -2 ਇੱਥੇ ਵੀ -2 ਇੱਥੇ ਵੀ -2 ਇੱਥੇ ਵੀ -2। ਆਕਸੀਜਨ ਦੇ ਉੱਪਰ ਆਉਂਦਾ ਪਿਆ ਕਿੰਨਾ ਚਾਰਜ -2। ਹਾਈਡਰੋਜਨ ਦੇ ਉੱਪਰ ਇੱਥੇ ਵੀ +1 ਇੱਥੇ ਵੀ +1 ਹਾਈਡਰੋਜਨ ਦੇ ਉੱਪਰ +1। ਇਦਾਂ ਇਹਨਾਂ ਨੂੰ ਲਿਖੀਦਾ ਜੀ ਹੁੰਦਾ ਪਿਆ ਕਲੀਅਰ। ਇੱਕ ਐਗਜ਼ਾਮਪਲ ਹੋਰ ਕਰਾ ਲੈਣ ਦੋ ਫਿਰ ਨੋਟ ਕਰਿਓ। ਜਿੱਦਾਂ ਇਹ ਮੈਂ ਕਰਾਇਆ H2SO4। ਹੁਣ ਮੈਂ ਥੋੜਾ ਡਿਫਰੈਂਟ ਜਿਹਾ ਕਰਾਉਣਾ ਵਾ H2S2O7 ਇਹਨੂੰ ਓਲੀਅਮ ਕਹਿੰਦੇ। ਐਗਜ਼ਾਮਪਲ H2S2O7 ਇਹਨੂੰ ਕੀ ਬੋਲੀਦਾ ਓਲੀਅਮ। ਇਹਨੂੰ ਸਲਫਿਊਰਿਕ ਐਸਿਡ ਬੋਲਦੇ ਨਾ ਉਹਨੂੰ ਓਲੀਅਮ ਬੋਲੀਦਾ। ਸਟਰਕਚਰ ਕਿਵੇਂ ਬਣਾਈਏ ਆਪਾਂ ਰਾਫੀ ਬਣਾਉਣਾ ਆ ਕੋਈ ਸਟਰਕਚਰ ਕੀਤਾ ਕਿੱਦਾਂ ਦਾ ਹੁੰਦਾ ਤੇ ਆਪਾਂ ਉਦਾਂ ਬਣਾਤਾ ਤੇ ਪੂਰਾ ਕਰੈਕਟ ਆਨਸਰ ਆਉਂਦਾ ਪਿਆ। ਤੁਸੀਂ ਕੀ ਯਾਦ ਰੱਖਣਾ ਕਿੱਦਾਂ ਬੌਂਡ ਬਣਨੇ ਇਹਨਾਂ ਨੂੰ ਵੇਖ ਕੇ। ਹੁਣ ਇੱਥੇ ਕਿੰਨੇ ਸਲਫਰ ਨੇ 2 ਸਲਫਰ ਬਣਾਤੇ ਤੇ ਸਲਫਰ ਦੇ ਆਲੇ ਦੁਆਲੇ ਬੌਂਡਿੰਗ ਕਰੀਏ 1 2 3 4 5 ਤੇ 6। ਇੱਧਰ ਵੀ 1 2 3 4 5 ਤੇ 6। ਆਕਸੀਜਨ ਕਿੰਨੇ ਨੇ 1 2 3 4 5 6। ਇੱਥੇ 6 ਜੁੜੇ 7ਵਾਂ ਵੀ ਜੋੜਨਾ ਇੱਧਰ ਜਾਂ ਇੱਥੇ ਜੋੜ ਦੋ ਜਿੱਥੇ ਮਰਜ਼ੀ ਜੋੜ ਦੋ ਕਿਉਂਕਿ ਆਕਸੀਜਨ ਨੇ ਡਬਲ ਬੌਂਡ ਹੀ ਬਣਾਉਣਾ। ਇੱਥੇ ਆਪਾਂ ਜੋੜਦਾ H ਕਿੰਨੇ ਰਹਿ ਗਏ ਇੱਥੇ ਇਹਦਾ ਸਿੰਗਲ ਬੌਂਡ ਆ H ਜੋੜਦਾ ਡਬਲ ਬੌਂਡ ਹੋ ਗਿਆ ਸਿੰਗਲ ਬੌਂਡ H ਜੋੜਦਾ ਡਬਲ ਬੌਂਡ ਹੋ ਗਿਆ। ਕਾਫੀ ਕਰਾਉਂਗਾ ਪ੍ਰੈਕਟਿਸ ਹੋ ਜਾਣੀ ਬਥੇਰੀ। ਹੁਣ ਆਪਾਂ ਕੀ ਕਰੀਏ ਚਾਰਜ ਲੱਭਦੇ ਸਾਨੂੰ ਰੂਲ ਕੀ ਪਤਾ ਸਿੰਗਲ ਬੌਂਡ ਤੋਂ ਸ਼ੁਰੂ ਹੋ ਜਾਓ ਜਿੱਥੋਂ ਮਰਜ਼ੀ ਭਾਵੇਂ ਇੱਥੋਂ ਹੀ ਸ਼ੁਰੂ ਹੋ ਜਾਓ ਭਾਵੇਂ ਇੱਥੋਂ ਸ਼ੁਰੂ ਹੋ ਜਾਓ। ਸਿੰਗਲ ਬੌਂਡ ਦੇ ਆਲੇ ਦੁਆਲੇ ਤਾਕਤਵਰ ਨੂੰ ਮਾਈਨਸ ਤੇ ਕਮਜ਼ੋਰ ਨੂੰ ਪਲੱਸ। ਸਿੰਗਲ ਬੌਂਡ ਵੇਖਿਆ ਮਾਈਨਸ ਤੇ ਪਲੱਸ ਸਿੰਗਲ ਬੌਂਡ ਵੇਖਿਆ ਮਾਈਨਸ ਤੇ ਪਲੱਸ। ਆ ਵੇਖਿਓ ਸਿੰਗਲ ਬੌਂਡ ਮਾਈਨਸ ਤੇ ਹੇਠਾਂ ਪਲੱਸ। ਠੀਕ ਹੈ ਫਿਰ ਅਗਲਾ ਸਿੰਗਲ ਬੌਂਡ ਮਾਈਨਸ ਤੇ ਹੇਠਾਂ ਕੀ ਆ ਜਾਣਾ ਪਲੱਸ। ਹੁਣ ਦੱਸੋ ਕੀ ਆਊਗਾ ਜੇ ਮੈਂ ਆ ਸਿੰਗਲ ਬੌਂਡ ਵੇਖਾਂ ਇਹਤੇ ਮਾਈਨਸ ਤੇ ਇਹਦੇ ਤੇ ਪਲੱਸ ਪਰ ਆ ਸਿੰਗਲ ਬੌਂਡ ਵੇਖਾਂ ਦੋਵੇਂ ਇੱਕ ਬਰਾਬਰ ਇਹਦੇ ਤੇ ਵੀ 0 ਤੇ ਇਹਦੇ ਤੇ ਵੀ 0 ਲਿਖਣਾ ਹੀ ਨਹੀਂ ਕੁਝ। ਠੀਕ ਹੈ ਇੱਧਰ ਆ ਜੀ ਸਿੰਗਲ ਬੌਂਡ ਦੋਵੇਂ ਹੋ ਸਕਦੇ ਕਿਸੇ ਕੋਲੋਂ ਇੱਕ ਬਰਾबर ਇਹਦੇ ਤੇ ਵੀ 0 ਤੇ ਇਹਦੇ ਤੇ ਵੀ 0। ਆ ਸਿੰਗਲ ਬੌਂਡ ਇਹਦੇ ਤੇ +1 ਇਹਦੇ ਤੇ -1 ਆ ਸਿੰਗਲ ਬੌਂਡ +1 ਤੇ -1 ਇਧਰ ਸਿੰਗਲ ਬੌਂਡ ਆ -1 ਤੇ
+1 ਆ ਵਾਲਾ ਸਿੰਗਲ ਡਬਲ ਹੀ ਵੇਖ ਲਈਏ -2 ਤੇ +2 ਡਬਲ ਹੀ ਵੇਖੋ -2 ਤੇ +2 ਤੇ ਸਲਫਰ ਤੇ ਹੁਣ ਕਿੰਨਾ ਚਾਰਜ ਆਇਆ 2 2 4 ਤੇ 1 5 ਉਧਰ ਕਿੰਨਾ ਹੀ 6 ਫਿਰ ਇੱਥੇ ਸਲਫਰ ਦੇ ਉੱਪਰ ਆਇਆ ਜੇ +5 ਕਿੰਨੇ ਸਲਫਰ ਆ ਉਧਰ ਕਿੰਨੇ ਹੀ 1 ਇੱਧਰ ਕਿੰਨੇ 2 ਤੁਸੀਂ ਇਦਾਂ ਵੀ ਲਿਖ ਸਕਦੇ ਸਲਫਰ ਐਰੋ ਪਾ ਕੇ 5,5 +5 ਆਇਆ ਦੋਵਾਂ ਤੇ ਉਧਰ ਆਕਸੀਜਨ ਨੂੰ ਵੀ ਲਿਖ ਸਕਦੇ -2 ਬ੍ਰੈਕਟ ਚ -2 ਜਿੰਨੇ ਵੀ ਆਕਸੀਜਨ ਹੋਣ ਤੇ ਹੋਰ ਕੀ ਬਚਿਆ ਇੱਥੇ ਆਕਸੀਜਨ ਸਾਰਿਆਂ ਤੇ ਇੱਕ ਸਮਾਨ ਹੀ -2 ਹੀ ਲਿਖ ਦੋ ਕੋਈ ਗੱਲ ਨਹੀਂ ਜੇ ਬ੍ਰੈਕਟ ਪਾ ਕੇ ਲਿਖਣਾ ਇੱਥੇ ਮੈਂ +5 ਹੀ ਲਿਖ ਦੋ ਕੋਈ ਗਲਤ ਨਹੀਂ ਹੋਊਗਾ ਲੱਗਦਾ ਪਿਆ ਪਤਾ ਨਾ ਕਰ ਲਓ ਕੰਪਲੀਟ ਨੈਕਸਟ ਹੈਡਿੰਗ ਆ ਕੈਲਕੂਲੇਸ਼ਨ ਇਹਦੇ ਆਪਾਂ ਸਟਰਕਚਰ ਬਣਾ ਕੇ ਲੱਭਦੇ ਪਏ ਹੀ ਚਾਰਜ ਹੁਣ ਆਪਾਂ ਫਾਰਮੂਲੇ ਤੋਂ ਲੱਭਿਆ ਕਰਨਾ ਕੈਲਕੂਲੇਸ਼ਨ ਆਫ ਆਕਸੀਡੇਸ਼ਨ ਸਟੇਟ ਜਾਂ ਨੰਬਰ ਕੈਲਕੂਲੇਸ਼ਨ ਆਫ ਆਕਸੀਡੇਸ਼ਨ ਸਟੇਟ ਵਿਦ ਫਾਰਮੂਲਾ ਕੁਝ ਰੂਲ ਆ 6 7 ਲਿਖਾਉਣਾ ਸਾਰੇ ਯਾਦ ਰੱਖਣੇ ਫਸਟ ਰੂਲ ਜਿੰਨੇ ਵੀ ਅਲਕਲੀ ਮੈਟਲ ਹੈਗੇ ਗਰੁੱਪ 1 ਦੇ ਮੈਟਲ ਆਲ ਅਲਕਲੀ ਮੈਟਲਸ exhibit +1 oxidation state ਇਹ ਕਿਹੜੇ ਆ ਅਲਕਲੀ ਮੈਟਲ ਹੈਗੇ ਗਰੁੱਪ 1 ਦੇ ਹਾਈਡਰੋਜਨ ਮੈਟਲਸ ਦੀ ਗੱਲ ਕਰਦਾ ਪਿਆ ਫਿਰ ਹਾਈਡਰੋਜਨ ਵੀ ਲਿਖ ਲੈਣੇ ਵਿੱਚ ਹਾਈਡਰੋਜਨ ਨਾਨ ਮੈਟਲ ਆ ਹਾਈਡਰੋਜਨ ਲੀਥੀਅਮ ਸੋਡੀਅਮ ਪੋਟਾਸ਼ੀਅਮ ਰੂਬੀਡੀਅਮ ਤੇ ਸੀਜ਼ੀਅਮ ਮੇਨ ਤੁਹਾਨੂੰ ਆ ਚਾਰ ਹੀ ਲੱਭਣਗੇ ਜੇ ਇਹਨਾਂ ਚੋਂ ਕੋਈ ਵੀ ਲੱਭਦਾ ਇਹਨਾਂ ਦੇ ਉੱਪਰ +1 ਚਾਰਜ ਹੋਣਾ ਹਾਈਡਰੋਜਨ ਨੂੰ ਮੈਂ ਤਾਂ ਕਿਉਂ ਰੱਬ ਕਰਦਾ ਪਿਆ ਨਹੀਂ ਜੇ ਹਾਈਡਰੋਜਨ ਮੈਟਲ ਨਾਲ ਜੁੜਿਆ ਹੋਵੇ ਤੇ -1 ਹੁੰਦਾ ਇਹਦੇ ਤੇ ਚਾਰਜ ਜੇ ਨਾਨ ਮੈਟਲ ਨਾਲ ਜੁੜਿਆ ਹੋਵੇ ਤੇ +1 ਹੁੰਦਾ ਠੀਕ ਹੈ ਵੈਸੇ ਤੁਸੀਂ ਯਾਦ ਰੱਖ ਲਓ ਜੇ ਇਹਨਾਂ ਚੋਂ ਕੋਈ ਵੀ ਲੱਭਦਾ ਤੇ ਤੁਸੀਂ ਕਿਹੜਾ ਚਾਰਜ ਫਿਕਸ ਕਰਤਾ ਇਹਨਾਂ ਦਾ +1 ਦੂਸਰੇ ਆ ਗਏ ਅਲਕੇਲਾਈਨ ਅਰਥ ਮੈਟਲ ਇਹ ਹੁੰਦੇ ਗਰੁੱਪ ਸੈਕੰਡ ਦੇ ਅਲਕੇਲਾਈਨ ਅਰਥ ਮੈਟਲ ਇਹ ਐਗਜ਼ੀਬਿਟ ਕਰਦੇ ਇਹਨਾਂ ਦੇ ਉੱਪਰ ਕਿਹੜਾ ਚਾਰਜ ਕੈਰੀ ਕਰਦੇ ਆ ਇਹ ਐਗਜ਼ੀਬਿਟ +2 ਆਕਸੀਡੇਸ਼ਨ ਸਟੇਟ ਮੈਂ ਉਹਨਾਂ ਨੂੰ ਲਿਖਦਾ ਪਿਆ ਜਿਹੜੇ ਫਿਕਸ ਨਹੀਂ ਸਾਰਿਆਂ ਨੂੰ ਫਿਕਸ ਨਹੀਂ ਕਰਨਾ ਆਪਾਂ ਗਰੁੱਪ 1 ਨੂੰ ਫਿਕਸ ਕੀਤਾ ਗਰੁੱਪ 2 ਨੂੰ ਫਿਕਸ ਕੀਤਾ ਅਲਕੇਲਾਈਨ ਅਰਥ ਮੈਟਲ ਕਿਹੜੇ ਨੇ ਜਿਵੇਂ ਹੋ ਗਿਆ ਬੈਰੀਲੀਅਮ ਮੈਗਨੀਸ਼ੀਅਮ ਕੈਲਸ਼ੀਅਮ ਸਟ੍ਰੋਂਚੀਅਮ ਇਦਾਂ ਕਰਕੇ ਬੇਰੀਅਮ ਰੇਡੀਅਮ ਇਹੋ ਜਿਹੇ ਨੇ ਬਸ ਤੁਸੀਂ ਇਹ ਤਿੰਨ ਦੀ ਯਾਦ ਰੱਖੋ ਇਹਨਾਂ ਦੇ ਉੱਪਰ +2 ਚਾਰਜ ਹੋਣਾ ਬੈਰੀਲੀਅਮ ਮੈਗਨੀਸ਼ੀਅਮ ਤੇ ਕੈਲਸ਼ੀਅਮ ਸਟ੍ਰੋਂਚੀਅਮ ਵੀ ਆਉਂਦਾ ਬੇਰੀਅਮ ਵੀ ਆਉਂਦਾ ਰੇਡੀਅਮ ਵੀ ਆਉਂਦਾ ਉਹ ਰੇਡੀਅਮ ਰੇਡੀਓਐਕਟਿਵ ਹੈ ਤੇ ਸਿਰਫ ਤਿੰਨ ਮੇਨ ਨੇ ਆਪਣੇ ਲਈ ਲਿਖ ਦਿੰਦਾ ਵੈਸੇ ਜੇ ਲੋੜ ਲੱਗਦੀ ਤੇ ਸਟ੍ਰੋਂਚੀਅਮ ਪਹਿਲੋਂ ਆਉਂਦਾ ਸਟ੍ਰੋਂਚੀਅਮ ਫਿਰ ਆਉਂਦਾ ਬੇਰੀਅਮ ਰੇਡੀਅਮ ਨਹੀਂ ਲਿਖਦਾ ਪਿਆ ਥਰਡ ਆਪਾਂ ਕੀ ਯਾਦ ਰੱਖੀਏ ਹੁਣ ਜਿਹੜੇ ਹੈਲੋਜਨ ਗਰੁੱਪ 17 ਵਿੱਚ ਹੁੰਦੇ ਕਲੋਰੋ ਫਲੋਰੋ ਬ੍ਰੋਮੋ ਤੇ ਆਇਓਡੋ ਉਹਨਾਂ ਦੀ -1 ਫਿਕਸ ਕਰਨਾ ਠੀਕ ਹੈ ਆਪਾਂ ਲਿਖਾਂਗੇ ਹੈਲੋਜਨਸ ਐਗਜ਼ੀਬਿਟ ਕਿਹੜਾ ਆਕਸੀਡੇਸ਼ਨ ਨੰਬਰ ਐਗਜ਼ੀਬਿਟ -1 ਪਰ ਇਹ ਭੁੱਲਿਓ ਨਾ ਇਹਨਾਂ ਦਾ -1 ਮੋਸਟ ਕਾਮਨ ਆ ਕਲੋਰੀਨ ਜਿਹੜਾ +3 ਵੀ ਸ਼ੋ ਕਰਦਾ ਜਿੱਦਾਂ ਇੱਥੇ ਮੈਂ ਨੋਟ ਦੇ ਅੰਦਰ ਤੁਹਾਨੂੰ ਦੱਸਦਾ ਵੀ ਇਹਨੂੰ 100% ਯਾਦ ਨਹੀਂ ਰੱਖਣਾ ਜਿਹੜਾ ਫਲੋਰੀਨ ਆ ਇਹ ਆਲਵੇਸ -1 ਹੀ ਸ਼ੋ ਕਰੂਗਾ ਸਦਾ ਤੇ ਕਲੋਰੀਨ ਜਿਹੜਾ -1 ਵੀ ਸ਼ੋ ਕਰ ਸਕਦਾ +3 ਵੀ ਸ਼ੋ ਕਰ ਸਕਦਾ ਜਿਹੜਾ ਆਇਓਡੀਨ ਆ -1 ਵੀ ਸ਼ੋ ਕਰ ਸਕਦਾ ਤੇ +5 ਵੀ ਸ਼ੋ ਕਰ ਸਕਦਾ
ਇਹ ਸ਼ੋ ਕਰਦੇ ਆ, ਪਰ ਇਹਨਾਂ ਦੇ ਵਿੱਚ ਕਾਮਨ ਜਿਹੜਾ ਹੁੰਦਾ -1 ਜ਼ਿਆਦਾਤਰ ਇਹੋ ਹੀ ਆਉਂਦਾ, ਤਾਂ ਕਰਕੇ ਆਪਾਂ ਇਹਨੂੰ ਫਿਕਸ ਕੀਤਾ। ਜੇ ਕੋਈ ਪੁੱਛੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਵੇਰੀਏਬਲ ਸ਼ੋ ਕਰਦੇ ਇੱਕ ਫਿਕਸ ਨਹੀਂ ਹੈਗਾ। ਫਲੋਰੀਨ ਦਾ ਫਿਕਸ ਆ, ਬਾਕੀਆਂ ਦਾ ਫਿਕਸ ਨਹੀਂ ਹੈਗਾ, ਪਰ ਕਾਮਨ ਇਹਨਾਂ ਦੇ ਵਿੱਚ -1 ਆ ਤਾਂ ਲਿਖਦਾ। ਜਿੱਦਾਂ ਆਕਸੀਜਨ ਹੁੰਦਾ, ਇਹ ਵੀ ਦੇਖਿਓ, ਜਿਹੜਾ ਆਕਸੀਜਨ ਆ, ਆਕਸੀਜਨ ਐਗਜ਼ੀਬਿਟ ਕਰਦਾ ਵਾ ਜ਼ਿਆਦਾਤਰ -2, 99% ਕੇਸ ਦੇ ਵਿੱਚ -2 ਹੀ ਹੁੰਦਾ, ਪਰ ਇਹ -1 ਵੀ ਸ਼ੋ ਕਰ ਸਕਦਾ, +1 ਵੀ ਸ਼ੋ ਕਰ ਸਕਦਾ, -½ ਵੀ ਸ਼ੋ ਕਰ ਸਕਦਾ। ਠੀਕ ਹੈ, ਆ ਬੜੇ ਰੇਅਰ ਕੇਸ ਨੇ, ਤਾਂ ਕਰਕੇ ਆਪਾਂ ਜਿੱਥੇ ਆਕਸੀਜਨ ਲੱਭੂ ਆਪਾਂ -2 ਹੀ ਭਰਿਆ ਕਰਨਾ, ਕਿਉਂਕਿ ਉਹ ਜ਼ਿਆਦਾ ਚਾਂਸ ਉਹਦੇ ਆਉਣ ਦੇ ਹੁੰਦੇ ਨੇ, ਆ ਬੜੇ ਰੇਅਰ ਕੇਸ ਹੁੰਦੇ ਨੇ। ਜਿੱਦਾਂ ਮੈਂ ਐਗਜ਼ਾਮਪਲ ਜੀ ਦੱਸਦਾ ਵਾਂ, -1 ਕਿੱਥੇ ਸ਼ੋ ਕਰਦਾ ਪਿਆ, H2O2, O ਕਿੰਨੇ ਨੇ 2, H ਕਿੰਨੇ ਨੇ 2, ਇਸ ਤਰ੍ਹਾਂ। ਹੁਣ ਇਹ 'ਚ ਦੱਸੋ ਤਾਕਤਵਰ ਆਕਸੀਜਨ, -1 ਤੇ ਇਹਦੇ ਉੱਪਰ +1, -1 ਤੇ +1 -1 ਸ਼ੋ ਕਰਦਾ ਹੀ ਪਿਆ, ਪਰ ਇਹ ਬੜਾ ਘੱਟ ਇਹ ਹੁੰਦਾ ਹੈ, ਅਨਸਟੇਬਲ ਜਿਹਾ ਹੁੰਦਾ, ਰੀਅਲ ਚਾਂਸ ਹੁੰਦੇ, ਤਾਂ ਕਰਕੇ ਆਪਾਂ -2 ਹੀ ਕੰਸੀਡਰ ਕਰਨਾ ਹਰ ਵਾਰ। ਕਿੰਨੇ ਰੂਲ ਹੋ ਗਏ 4, ਆਪਾਂ 5 6 ਬਣਾ ਲਈਏ। 5th ਰੂਲ ਆਪਾਂ ਕੀ ਯਾਦ ਰੱਖਣਾ, ਜਿਹੜਾ ਜਿੱਦਾਂ ਚਾਰਜ ਹੋ ਕਿਸੇ ਦੇ ਉੱਪਰ ਉਹ ਇਕੁਅਲ ਟੂ ਪਾ ਕੇ ਲਿਖਣਾ ਹੁੰਦਾ। ਜਿੱਦਾਂ ਮੰਨ ਲਓ ਇਹਦੀ ਆਕਸੀਡੇਸ਼ਨ ਸਟੇਟ ਕਿੰਨੀ ਹੈਗੀ, +1, ਇਹਦੀ ਜਿੱਦਾਂ ਇਹਨਾਂ ਸਾਰਿਆਂ ਨੂੰ ਐਡ ਕਰੋ, ਕਿੰਨਾ ਆਨਸਰ ਆਊਗਾ, 1 ਨਾਲ 1 ਕੈਂਸਲ, 1 ਨਾਲ 1 ਕੈਂਸਲ, ਕਿੰਨਾ ਆਨਸਰ ਆਉਣਾ 0, ਤੇ ਇਹਦੇ ਉੱਪਰ ਚਾਰਜ ਵੀ ਕਿੰਨਾ ਹੈਗਾ 0। ਜਿੰਨਾ ਚਾਰਜ ਮੋਲੀਕਿਊਲ ਦਾ ਹੋਵੇ ਆਕਸੀਡੇਸ਼ਨ ਸਟੇਟ ਦਾ ਸਮ ਉਹਦੇ ਬਰਾਬਰ ਹੁੰਦਾ। ਠੀਕ ਹੈ, ਇੱਥੇ ਲਿਖ ਸਕਦੇ ਆਪਾਂ ਸਮ ਆਫ ਆਲ ਦਾ ਆਕਸੀਡੇਸ਼ਨ ਸਟੇਟਸ, in a molecule is equal to charge on molecule, ठीक है, कर लियो नोट। एक रह गया छोटा सा रूल, देख लो फिर नोट कर दे रहे हो। 6th ਜਿਹੜਾ ਹੋਊਗਾ ਨਾ ਆਪਣੀ ਐਲੀਮੈਂਟਲ ਫਾਰਮ ਦੇ ਵਿੱਚ, ਜਿੱਦਾਂ ਆਕਸੀਜਨ O ਤੇ ਹੁੰਦਾ ਨਹੀਂ, ਹਮੇਸ਼ਾ ਕੀ ਹੁੰਦਾ O2। ਜੇ ਸਾਨੂੰ O2 ਲੱਭੂਗਾ ਇਕੱਲਾ, ਕਿਸੇ ਨਾਲ ਜੁੜਿਆ ਨਾ ਹੋਊਗਾ, ਇਹਦਾ ਚਾਰਜ 0 ਹੋਇਆ ਕਰੋ। ਜਿਹੜੇ ਆਪਣੀ ਨੈਚੁਰਲ ਸਟੇਟ ਵਿੱਚ ਆ, ਜਿੱਦਾਂ ਆਪਾਂ ਐਂਥੈਲਪੀ ਵਿੱਚ ਪੜਿਆ ਸੀ, P4 ਨੂੰ 0 ਕਰਦੇ ਸੀ, S8 ਨੂੰ 0 ਕਰਦੇ ਸੀ, ਫਿਰ ਜਿਹੜੇ ਵੀ ਆਪਣੀ ਨੈਚੁਰਲ ਸਟੇਟ ਵਿੱਚ ਹੋਣਗੇ, ਜਿਵੇਂ P4 ਹੋ ਗਿਆ, ਇਹਨਾਂ ਦੇ ਉੱਪਰ ਚਾਰਜ ਕਿੰਨਾ ਪੁੱਟ ਕਰਨਾ 0। ਇਹਨੂੰ ਲਿਖ ਲਿਓ, ਸੁਣ ਲਓ, ਐਲੀਮੈਂਟ ਇਨ ਨੈਚੁਰਲ ਸਟੇਟ ਐਗਜ਼ਿਬਿਟ 0 ਆਕਸੀਡੇਸ਼ਨ ਸਟੇਟ, ਰਹਿ ਜੂਗਾ ਯਾਦ।